एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद जप आद सच जुगाद सच है पी सच नानक होसी पी सच। दीन दर्द दुख भंजना घट घट नाथ अनाथ शरण तुम्हारी आयो नानक के प्रभ साथ। श्री गुरु शब्द कमाए जिन जीते पंच विकार तिन संतन को बंधना सिर चरण पर तार। तिन संतन को बंधना सिर चरण पर तार। परम सत्कारयोग सम्मानयोग गुरु रूप गुरु खालसा साध संगत जी, वाहिगुरु जी का खालसा वाहिगुरु जी की फतेह। आप सरबत संगतां बहुत बहुत वड्डे भागां वाले हो जिन्हां नूं गरीब निवास सतगुरु तख्त चवर छतर दे मालक धन धन श्री गुरु ग्रंथ साहिब जी सच्चे पातशाह जी महाराज जी की परम पवित्र हजूरी विच जुड़ बैठे होती मरदान संप्रदा गुरुद्वारा श्री करमसर राहड़ा साहिब। इस संप्रदा दे हैडक्वार्टर मुख केंद्रीय स्थान गुरुद्वारा श्री करमसर और राहड़ा साहिब जी की पावन धरती ते महान तपस्वी पवित्र आत्मा नाम बाणी दे रस विच रंगे हुए महान महान पुरख संत बाबा तेजा सिंह जी ने जिन्हां दी सालाना याद नूं आपां अज ताज़ा कर रहे हैं। सतगुर जी दी गुरबाणी दा फरमान है, आगम अगाध पार ब्रह्म सोए जो जो कहे सो मुक्ता होए। सुन मीता नानक बिनवंता साध जना की अचरज कर। संगत जी गुरु की सिक्ख्या नूं कबूलण वाले नूं गुरसिख कहा जाता है। सेवक भाव धार के हिरदे दे अंदर जो जो प्राणी जो जग्यासु सेवा करता है उसनूं सेवक का सन्मान दिता जाता है। और इसे ही तरह गुरु वल जिसका हमेशा मुख रहिंदा है उसनूं गुरुमुख की पदवी दी जाती है। ते जिसने भी अपने जीवन के अंदर गुरु दे हमेशा सन्मुख रह के गुरु की आग्या विच रह के गुरु के उपदेशों नूं कमाया उसनूं सन्मुख कहा जाता है। इसे ही तरह वाहिगुरु परमेश्वर की प्राप्ति दे जिन्ने भी साधन करने वाला जो महापुरख है उसनूं साधु कहा जाता है। भाई गुरदास जी ने इत्थों तक भी बचन कीते ने, गुरमुख साध असाध साध सदा वखाणी है। गुरमुख नूं साधु का रुतबा क्यों दिता जाता है? जिसने भी परमार्थ दे साधना नूं साधद्या होया जिन्ने विकार है सारे वस विच करद्या होया ਜਾਂ ਜਿੰਨੀਆਂ ਵੀ
ਬਹਿਰੂਨੀ ਆਪਣੀ ਬਿਰਤੀਆਂ ਹਨ, ਉਹਨਾਂ ਨੂੰ ਆਪਣੇ ਵਸ ਵਿੱਚ ਕਰਕੇ ਮਨ ਨੂੰ ਸਾਧ ਲਿਆ। ਮਨ ਦੇ ਉੱਤੇ ਜਿਸ ਦਾ ਵੀ ਹੁਕਮ ਚੱਲਦਾ ਹੈ, ਜੋ ਇਤਨਾ ਸਾਧਨ ਸੰਪੰਨ ਹੈ ਕਿ ਮਨ ਜਿਹਦੀ ਆਗਿਆ ਤੋਂ ਬਿਨਾਂ ਫੁਰਨਾ ਨਹੀਂ ਉਠਾ ਸਕਦਾ। ਫਾਹੇ ਕਾਟੇ ਮਿਟੇ ਗਵਨ, ਫਤਿਹ ਪਾਈ ਮਨਜੀਤ, ਨਾਨਕ ਗੁਰ ਤੇ ਥਿਤ ਪਾਈ, ਫਿਰ ਨ ਮਿਟੇ ਨਿਤ ਨੀਤ। ਉਸ ਨੂੰ ਸਾਧੂ ਕਿਹਾ ਜਾਂਦਾ। ਔਰ ਜਿਸ ਦੇ ਸਵਾਸ ਸਵਾਸ ਦੇ ਵਿੱਚ ਨਾਮ ਦਾ ਪ੍ਰਵਾਹ ਚੱਲਦਾ ਹੈ, ਉਸ ਨੂੰ ਹਜ਼ੂਰ ਨੇ ਸੰਤ ਦਾ ਰੁਤਬਾ ਦਿੱਤਾ ਹੈ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਤਨ ਲਿਸੇ ਨਾਨਕਾ ਪੂਰਨ ਸੋਈ ਸੰਤ। ਇਹ ਸੰਤ ਦੀ ਅਵਸਥਾ ਹੈ ਜਿਸ ਨੂੰ ਜ਼ਰੇ ਜ਼ਰੇ ਦੇ ਵਿੱਚ ਇਹ ਗਿਆਨ, ਵਾਹਿਗੁਰੂ ਦੇ ਗਿਆਨ ਦੀ ਦਾਤ ਪ੍ਰਾਪਤ ਹੋ ਗਈ, ਜਿਹੜਾ ਹਰ ਜ਼ਰੇ ਜ਼ਰੇ ਦੇ ਵਿੱਚ, ਹਰ ਪ੍ਰਾਣੀ ਮਾਤਰ ਵਿੱਚ, ਹਰ ਜਗ੍ਹਾ ਵਿੱਚ ਬ੍ਰਹਮ ਵਾਹਿਗੁਰੂ ਪਰਮੇਸ਼ਰ ਨੂੰ ਜਿਹੜਾ ਵੇਖਦਾ ਹੈ, ਉਸ ਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ। ਤੇ ਇਹ ਸਾਧ ਸੰਗਤ ਜੀ ਵੱਖ-ਵੱਖ ਸਾਧਨ ਹਨ, ਵੱਖ-ਵੱਖ ਗੁਰਮੁਖਾਂ ਦੀਆਂ, ਮਹਾਂਪੁਰਖਾਂ ਦੀਆਂ ਕਰਨੀ ਵਾਲੀਆਂ ਪਵਿੱਤਰ ਆਤਮਾਵਾਂ ਦੀਆਂ ਇਹ ਮੰਜ਼ਿਲਾਂ ਹਨ, ਸਟੇਜਾਂ ਹਨ। ਮਹਾਂਪੁਰਖ ਸੰਤ ਬਾਬਾ ਤੇਜਾ ਸਿੰਘ ਜੀ ਦਾ ਜੀਵਨ ਤੁਸੀਂ ਵੀ ਤੱਕਿਆ, ਦਾਸ ਨੇ ਵੀ ਉਹਨਾਂ ਬਾਰੇ ਸੁਣਿਆ ਹੈ। ਉਹਨਾਂ ਨੇ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਉਹਨਾਂ ਸਤਿਪੁਰਸ਼ਾਂ ਦੀ ਸੰਗਤ ਕੀਤੀ। ਉਹਨਾਂ ਸਤਿਪੁਰਸ਼ਾਂ ਦੇ ਬਚਨਾਂ ਉੱਤੇ ਆਪਣਾ ਸਾਰਾ ਜੀਵਨ ਹੀ ਨਿਛਾਵਰ ਕਰ ਦਿੱਤਾ। ਇਹੀ ਸਾਧੂ ਦੀ ਅਵਸਥਾ ਹੁੰਦੀ ਹੈ, ਇਹੀ ਸਾਧੂ ਦਾ ਕਰਤੱਵ ਹੁੰਦਾ ਹੈ ਕਿ ਉਹਨਾਂ ਨੇ ਜੋ ਬਚਨ ਵੀ ਵੱਡੇ ਮਹਾਂਪੁਰਸ਼ਾਂ ਨੇ, ਵੱਡੇ ਮਹਾਂਪੁਰਸ਼ਾਂ ਨੇ ਕਹੇ, ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਤਾਂ ਜ਼ਿੰਦਗੀ ਕਮਾਉਂਦੇ ਰਹੇ। ਉਹਨਾਂ ਬਚਨਾਂ ਦੇ ਉੱਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਉਹਨਾਂ ਨੇ। ਜੇ ਉਹਨਾਂ ਦੀ ਸਾਧਨਾ ਦਾ ਜ਼ਿਕਰ ਕਰੀਏ ਤਾਂ ਉਹਨਾਂ ਵਰਗਾ ਸਾਧਕ ਵੀ ਕੋਈ ਸਾਧੂ ਮਿਲਣਾ ਬਹੁਤ ਕਠਿਨ ਹੈ ਇਸ ਸਮੇਂ ਦੇ ਅੰਦਰ। ਜਿੰਨੀ ਵੱਡੇ ਮਹਾਂਪੁਰਸ਼ਾਂ ਦੇ ਹੱਥੀਂ ਸੇਵਾ, ਸਾਧ ਸੰਗਤ ਜੀ, ਕੋਈ ਨਿਯਮ ਮਨੁੱਖ ਆਪਣੇ ਜੀਵਨ ਦੇ ਵਿੱਚ ਬਣਾ ਲਵੇ ਨਾ, ਛੋਟੇ ਤੋਂ ਛੋਟਾ ਨਿਯਮ ਵੀ ਤੁਸੀਂ ਬਣਾ ਲਓ ਜ਼ਿੰਦਗੀ ਦੇ ਵਿੱਚ, ਪਰ ਜੇ ਜ਼ਿੰਦਗੀ ਪਰ ਉਹ ਪੂਰਾ ਕਰ ਲਿਓ ਨਾ, ਤਾਂ ਸਮਝ ਲਓ ਕਿ ਤੁਹਾਡਾ ਜੀਵਨ ਸਫਲ ਹੋ ਗਿਆ। ਔਰ ਪਵਿੱਤਰ ਨਿਯਮ ਕਰਨਾ, ਉਸ ਨਿਯਮ ਦੇ ਅਨੁਸਾਰ ਆਪਣਾ ਜੀਵਨ ਚਲਾਉਣਾ, ਜਿਸ ਨੂੰ ਨਿਤਨੇਮ ਕਿਹਾ ਜਾਂਦਾ ਹੈ। ਮਹਾਂਪੁਰਖ ਸੰਤ ਬਾਬਾ ਤੇਜਾ ਸਿੰਘ ਜੀ ਨੇ, ਜੋ ਮਹਾਂਪੁਰਖਾਂ ਨੇ ਉਹਨਾਂ ਨੂੰ ਆਗਿਆ ਕੀਤੀ, ਜਿਸ ਸੇਵਾ ਦੇ ਵਿੱਚ ਉਹਨਾਂ ਨੂੰ ਹੁਕਮ ਹੈ ਕਿ ਇਤਨੇ ਸਮੇਂ ਦੇ ਵਿੱਚ ਜਲ ਪਾਣੀ ਆ ਕੇ ਹਾਜ਼ਰ ਕਰਨਾ ਹੈ, ਇਤਨੇ ਸਮੇਂ ਦੇ ਵਿੱਚ ਪ੍ਰਸ਼ਾਦਾ ਹਾਜ਼ਰ ਕਰਨਾ, ਤਾਂ ਮਹਾਂਪੁਰਖਾਂ ਆਪਣੀ ਰਸਨਾ ਤੋਂ ਬਹੁਤ ਘੱਟ ਵਚਨ ਕਰਿਆ ਕਰਦੇ ਸਨ। ਕਈ ਵਾਰੀ ਸੁਣੀਦਾ ਹੈ ਕਿ ਕਈਆਂ ਨੇ ਉਹਨਾਂ ਨੂੰ ਬਚਨ ਸੁਣਾਉਣੇ, ਜਾਂ ਕਈਆਂ ਨੇ ਜਿਨ੍ਹਾਂ ਨੂੰ ਸੁਣਾਉਣੇ ਉਹਨਾਂ ਨੇ ਆ ਕੇ ਦੱਸਣਾ। ਉਹ ਕਹਿੰਦੇ ਹੁੰਦੇ ਕਿ ਮੇਰਾ ਪ੍ਰਾਣ ਹੁੰਦਾ ਸੀ ਕਿ ਮਹਾਂਪੁਰਸ਼ਾਂ ਦੇ ਬਚਨਾਂ ਤੇ 1 ਮਿੰਟ ਵੀ ਇੱਧਰ ਉੱਧਰ ਸਮਾਂ ਨਾ ਹੋ ਜਾਏ। ਜਿੰਨਾ ਵਕਤ, ਜਿੰਨਾ ਸਮਾਂ ਉਹਨਾਂ ਨੇ ਦਿੱਤਾ, ਉਸੇ ਸਮੇਂ ਦੇ ਵਿੱਚ ਹੀ ਸਾਰੀ ਸੇਵਾ ਨਿਭ ਜਾਏ। ਔਰ ਮਹਾਂਪੁਰਖ ਕਹਿਣ ਲੱਗੇ ਕਿ ਵੱਡੇ ਮਹਾਂਪੁਰਖ ਸਮੇਂ ਦੀ ਇੰਨੀ ਕਦਰ ਕਰਦੇ ਸਨ, ਸਮੇਂ ਨੂੰ ਸੰਭਾਲਣ ਵਾਸਤੇ, ਔਰ ਮਨੁੱਖਾ ਜ਼ਿੰਦਗੀ ਨੂੰ, ਜਿਹੜੇ ਸਾਨੂੰ ਇਤਨੇ ਅਮੋਲਕ ਸਵਾਸ ਵਾਹਿਗੁਰੂ ਨੇ ਦਿੱਤੇ ਆ, ਮਨੁੱਖਾ ਜੀਵਨ ਦਿੱਤਾ, ਉਹਨਾਂ ਨੇ ਇੱਕ ਵਾਰੀ ਮੈਨੂੰ
ये शब्द अपने रसना तो सुनाए, कहन लगे कि महापुरुष कदे कदे उदाहरण दिया करते, नाम जपन को जिह्वा दीनी, हर दर्शन को अखी, एक एक श्वास अमोलक जावे, हाथ ना आवे लखी, 24,000 खर्च बंदे दा, आमद मूल ना थीवे, जिस बंदे नो इतना घाटा सो बंदा कैसे जीवे। उन्होंने एक बड़ी सुंदर उदाहरण सुनाते होंदे सीगे, बड़ी एक उदाहरण सोहनी सुनाते होंदे सीगे, तुहाडे सामूख रखते हैं कि महापुरुष कथा और कीर्तन व्याख्यान करदे बचन सुनाया करते सन। कोई भी पूर्ण महापुरुष सन, कोई पूर्ण महापुरुष सन, उन्होंने दे पास कोई सेवक आए और कहने लगे जी सानू कृपा करके शुभ उपदेश दे, साडा जीवन भी सफल हो सके। महापुरुषों ने कहा कि भाई ने जो समा आएगा तुहाडे नाल विचार करांगे। कई बार प्रेमियों ने सेवकों ने बेनतियां कीतियां, पर सतपुरुषों ने अगों जवाब देना, समा उड़ीक रहे हैं, समा आएगा तां तुहाडे नाल विचार होएगी। एक दिन समा आया, वड्डे संत जी ने उन्होंने गुरमुखा नूं, प्रेमियों नूं, सतसंगियों नूं अपने पास बुलाया। पास बुला के कहने लगे, अपने पास धन विचों सोना सब तो कीमती मन्निया जाता है, पर हीरे रूप जिहड़ा धन हुंदा, हीरे की कोई कीमत नहीं हुंदी, हीरा बेकीमता मन्निया जाता। अपने पास अनगिनत हीरे हैं, तुसीं ये हीरे किसी जोहरी पास लैके जाओ, चंगे पारखों मनुख के पास लैके जाओ बाजार दे विच, और उत्थों कुछ स्वास इन्हां दे बदले लैके आओ। वो प्रेमी चले गए, ले जाके जोहरी की दुकान ते जाके पारखों मनुख की दुकान ते पुछदे आ कि असीं इस स्वासां का सौदा लैण वास्ते आए हैं, कि जिन्ना भी उसका मुल है देना पवेगा, असीं सारा चुका देवांगे। जोरी ने पूछा भी कि तुहाडे कोले देण वास्ते की है? कहंदे मेरे कोले साडे पास बेशकीमती हीरे हैं। जोरी कहन लगे कि बई हीरे विखाओ। जदों हीरे विखाए, जोरी ने हत्थां दे उत्ते रखे गए, जोरी ने अपने हत्थों के पर हीरे रखा। जोरी वेख के कहन लगे कि एक दा एक एक हीरा इन्ना कीमती है कि एक एक देश का राज भी एक हीरे बदले मुल खरीदा जा सकता है, एक एक देश का। और कुछ हीरे ऐसे सन, जोरी कहन लगे कि इन्हां दी कोई कीमत ही नहीं हैगी, कोई दस ही नहीं सकता कि किन्ने कीमती ने। तुहाडे कोले धन तां बेशकीमती है, जिहदी कीमत मैं दस नहीं सकता, पर सौदा बड़ा महंगा। जोरी पुछदा तुहानूं घलाया भेजा किसने? कहंदे कहन लगे कि साडे 20 पूर्ण महापुरखां ने, उन्होंने सौदा लैण वास्ते सानूं भेजा। और कुछ हीरे ऐसे सन, जोरी कहन लगे कि इन्हां दी कोई कीमत ही नहीं दस सकदा कि किन्ने कीमती है। तुहाडे कोले धन तां बेशकीमती हीरा है, जिहदी कीमत मैं दस नहीं सकदा, पर सौदा बड़ा महंगा। जोरी पूछता है कि तुहानूं घलाया भेजा किसने? कहन लगे कि साडे एक 20 पूर्ण महापुरखां ने, उन्होंने ये सौदा लैण वास्ते सानूं भेजा है। जोरी सत्संगी है, संगत विच जाण वाला जग्यासू है। सुन के विचार के मन विच कहन लगे, भलिओ दुनिया दे विच कुल दुनिया की दौलत भी एक श्वास के बदले देनी पवे ना, कुल दुनिया की दौलत भी दे के भी एक श्वास से मुल खरीदा नहीं जा सकता। एक श्वास से मुल नहीं कितों मिलता। तुहानूं महापुरखां ने कोई उपदेश देना होगा, तुहाडा भला करना होगा, तुसीं वापस मुड़ जाओ,
ਇਹ ਧਨ ਲੈ ਕੇ ਇਹ ਸੌਦਾ ਬਾਜ਼ਾਰਾਂ ਵਿੱਚੋਂ ਨਹੀਂ ਮਿਲ ਸਕਦਾ, ਦੁਨੀਆ ਦੇ ਵਿੱਚੋਂ ਨਹੀਂ ਕਿਤੇ ਪ੍ਰਾਪਤ ਹੋ ਸਕਦਾ। ਵਾਪਸ ਨਿਰਾਸ਼ ਹੋ ਕੇ ਆ ਗਏ ਤੇ ਮਹਾਂਪੁਰਖਾਂ ਨੇ ਬੇਨਤੀ ਕੀਤੀ ਕਿ ਕਹਿਣ ਲੱਗੇ ਕਿ ਜਿਹੜੇ ਸਵਾਸ ਮੁੱਲ ਨਹੀਂ ਮਿਲੇ, ਹਰ ਇੱਕ ਨੇ ਇਨਕਾਰ ਕਰ ਦਿੱਤਾ। ਮਹਾਂਪੁਰਖ ਕਹਿਣ ਲੱਗੇ ਕਿ ਭਾਈ ਸਾਡੇ ਸਵਾਸ ਬੜੇ ਥੋੜੇ ਰਹਿ ਗਏ ਹਨ, ਅੰਤਲਾ ਪੜਾਅ ਸਾਡੀ ਜ਼ਿੰਦਗੀ ਦਾ ਚੱਲ ਰਿਹਾ ਹੈ। ਤੁਹਾਨੂੰ ਇਹੀ ਸ਼ੁਭ ਸਿੱਖਿਆ ਦੇਣੀ ਸੀ ਕਿ ਇਹਨਾਂ ਸਵਾਸਾਂ ਦੀ ਕੋਈ ਕੀਮਤ ਨਹੀਂ ਹੁੰਦੀ। ਇਹ ਬੇਸ਼ਕੀਮਤੀ ਲਾਲ ਮੇਰੇ ਵਾਹਿਗੁਰੂ ਨੇ ਸਾਨੂੰ ਸਵਾਸਾਂ ਦਾ ਖਜ਼ਾਨਾ, ਸਵਾਸਾਂ ਦੀ ਕੁੰਜੀ ਦਿੱਤੀ ਹੈ। ਇਹਨਾਂ ਨੂੰ ਸੰਭਾਲ ਕੇ ਰੱਖੋ ਜਿਸਮ ਨਾਲ ਲੈ। ਇਹਨਾਂ ਸਵਾਸਾਂ ਨੂੰ ਵਾਹਿਗੁਰੂ ਦੇ ਨਾਮ ਦੇ ਵਿੱਚ ਲਗਾ ਕੇ ਸਫਲੇ ਕਰੋ, ਤਾਂ ਜੋ ਕਿ ਇਹਨਾਂ ਸਵਾਸਾਂ ਦੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕੀਮਤ ਪੈ ਸਕੇ, ਭਾਵ ਆਪਣੇ ਅੰਦਰ ਕੀਮਤ ਪੈ ਸਕੇ, ਆਪਣਾ ਜੀਵਨ ਸਫਲ ਹੋ ਸਕੇ। ਮਹਾਂਪੁਰਖ ਕਹਿਣ ਲੱਗੇ ਕਿ ਇਹ ਉਪਦੇਸ਼, ਇਹ ਸਿੱਖਿਆ ਦੇਣੀ ਸੀ ਕਿ ਸਵਾਸਾਂ ਨੂੰ ਆਪਣਿਆਂ ਨੂੰ ਸੰਭਾਲ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜੋੜ ਕੇ ਭਗਤੀ, ਬੰਦਗੀ, ਸਿਮਰਨ ਕਰੋ। ਇਹ ਮਨੁੱਖਾ ਜੀਵਨ ਬਾਰ-ਬਾਰ ਨਹੀਂ ਮਿਲਦਾ। ਕਬੀਰ ਸਾਹਿਬ ਜੀ ਨੇ ਬੜਾ ਸੁੰਦਰ ਕਥਨ ਕੀਤਾ ਹੈ ਗੁਰਬਾਣੀ ਦੇ ਵਿੱਚ। ਕਬੀਰ ਸਾਹਿਬ ਜੀ ਨੇ ਬੜਾ ਸੁੰਦਰ ਕਥਨ ਕੀਤਾ ਹੈ ਗੁਰਬਾਣੀ ਦੇ ਵਿੱਚ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜੋ ਬਨ ਫਲ ਪਾਕੇ ਪੋਏ, ਗਿਰਹਿ ਬਹਰ ਨਾ ਲਾਗੇ ਡਰ। ਮਹਾਂਪੁਰਖ ਕਹਿਣ ਲੱਗੇ ਕਿ ਸਾਨੂੰ ਇਹ ਉਦਾਹਰਨ ਸੰਗਤ ਵਿੱਚ ਕਦੇ ਕਦੇ ਸੁਣਾਉਂਦੇ, ਔਰ ਉਹਨਾਂ ਦਾ ਇਹ ਬਚਨ ਸੀ ਕਿ ਜਿਵੇਂ ਕਿਵੇਂ ਵੀ ਦਾਸ ਨੇ ਉਹਨਾਂ ਮਹਾਂਪੁਰਖਾਂ ਦੇ ਕੈਸਟ ਤੋਂ ਵੀ ਸੁਣਿਆ ਕਿ ਵੱਡੇ ਮਹਾਂਪੁਰਖ ਰਾੜਾ ਸਾਹਿਬ ਕਿਆ ਕਰਦੇ, ਹਰ ਇੱਕ ਗੁਰਸਿੱਖ ਨੂੰ, ਸਾਧਕ ਨੂੰ, ਤਪਸਵੀ ਨੂੰ, ਜਪੀ ਤਪੀ ਨੂੰ, ਨਿਤਨੇਮੀ ਨੂੰ, ਅਭਿਆਸੀ ਨੂੰ, ਪ੍ਰੇਮੀ ਨੂੰ, ਜਗਿਆਸੂ ਨੂੰ ਜਿਵੇਂ ਕਿਵੇਂ ਹੋ ਸਕੇ ਆਪਣੇ ਨਿਤਨੇਮ ਦੇ ਵਿੱਚ ਕਦੇ ਫਰਕ ਨਾ ਪੈਂਦਾ। ਜਿਸ ਗੁਰਸਿੱਖ ਦਾ ਨਿਤਨੇਮ ਤਾਂ ਜ਼ਿੰਦਗੀ ਪੂਰਾ ਹੋ ਗਿਆ, ਜਿਸ ਗੁਰਸਿੱਖ ਦਾ ਨਿਤਨੇਮ ਸਾਰੀ ਜ਼ਿੰਦਗੀ ਕੇਸਾਂ ਸਵਾਸਾਂ ਸੰਗ ਨਿਭ ਗਿਆ, ਉਸ ਦੀ ਜੀਵਨ ਯਾਤਰਾ ਸਫਲ ਹੋ ਗਈ। ਕਹਿਣ ਲੱਗੇ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਸਮੇਂ ਦੀ ਕਦਰ ਕਰਨੀ ਸਿਖਾਈ। ਕੇਵਲ ਸਿਖਾਇਆ ਹੀ ਨਹੀਂ, ਸਮੇਂ ਨੂੰ ਸੰਭਾਲਣ ਤੇ ਇੱਕ ਇੱਕ ਸਵਾਸ ਦਾ ਉਹਨਾਂ ਦਾ ਇੱਕ ਇੱਕ ਸੈਕਿੰਡ ਦਾ ਸਮਾਂ ਉਹਨਾਂ ਨਿਸ਼ਚਿਤ ਹੁੰਦਾ ਸੀ, ਔਰ ਉਸ ਸਮੇਂ ਦੀ ਵੰਡ ਅਨੁਸਾਰ ਸਾਰੀ ਵਿਵਹਾਰਕ ਸਾਰੇ ਕੰਮ ਨਿਭਾਇਆ ਕਰਦੇ ਸਨ। ਤੇ ਕਹਿੰਦੇ ਇਸ ਕਰਕੇ ਉਹਨਾਂ ਨੇ ਸਾਨੂੰ ਇਹੀ ਆਗਿਆ। ਸਾਧ ਸੰਗਤ ਜੀ ਕਿੱਡੀ ਵੱਡੀ ਸਾਧਨਾ। ਮਹਾਂਪੁਰਸ਼ ਕਹਿਣ ਲੱਗੇ ਕਿ ਇੱਕ ਵਾਰੀ ਇੱਕ ਬਹੁਤ ਵੱਡਾ 8 ਯੋਗ ਦੀ ਸਾਧਨਾ ਕਰਨ ਵਾਲਾ ਸਾਧਕ, ਉਹਦੇ ਇੱਥੇ ਟੱਕੀ ਆਲੇ ਦੁਆਲੇ ਮਹਾਂਪੁਰਸ਼ਾਂ ਦੇ ਸਾਧਨ ਸੰਪੰਨ
बख्शिश होगी। साथ संगत जी